ਤੁਹਾਡਾ ਸਵਾਗਤ ਹੈ। ਨਜ਼ਰ ਮਾਰਦੇ ਹਾਂ ਅੱਜ ਦੀਆਂ ਖਬਰਾਂ ਤੇ। ਪੰਜਾਬ ਦੀ ਕਾਂਗਰਸ ਸਰਕਾਰ ਜੋ ਕਿ 2017 ਵਿੱਚ ਕਈ ਅਹਿਮ ਮੁੱਦਿਆਂ ਸਮੇਤ ਜਿਸ ਵਿੱਚ ਕਰਜ਼ਾ ਮੁਆਫੀ ਦੀ ਵੀ ਗੱਲ ਕੀਤੀ ਗਈ ਸੀ, ਪਰ ਇਸ ਦੀ ਜ਼ਮੀਨੀ ਹਕੀਕਤ ਕੁਝ ਹੋਰ ਹੀ ਹੈ। ਗੁਰਦਾਸਪੁਰ ਦੇ ਹਲਕਾ ਫਤਿਹਗੜ੍ਹ ਚੂੜੀਆਂ ਦੇ ਪਿੰਡ ਕਾਲਾ ਅਫਗਾਨਾ ਵਿਖੇ ਜਿੱਥੇ ਇੱਕ ਗਰੀਬ ਜੋ ਦੋਵੇਂ ਲੱਤਾਂ ਤੋਂ ਅਪਾਹਿਜ ਹੈ ਨੂੰ ਬੈਂਕ ਅਧਿਕਾਰੀਆਂ ਵੱਲੋਂ ਜੋ ਕਰਜ਼ਾ ਉਸਦੇ ਪਿਤਾ ਨੇ ਲਿਆ ਸੀ ਉਸ ਕਰਜ਼ੇ ਨੂੰ ਦੇਣ ਲਈ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ, ਉੱਥੇ ਹੀ ਪਰਿਵਾਰ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਮਦਦ ਦੀ ਅਪੀਲ ਕੀਤੀ ਹੈ। ਹਾਂਜੀ, ਕਹਿਣਾ ਚਾਹੁੰਦੇ ਹਾਂ ਜੀ, ਕੋਆਪਰੇਟਿਵ ਬੈਂਕ ਚੋਂ ਸਾਡੇ ਡੈਡੀ ਹੁਣਾਂ ਕਰਜ਼ਾ ਲਿਆ ਜੀ 25,000 ਰੁਪਈਆ 2005 'ਚ। ਉਦੋਂ ਬਾਅਦ ਸਾਡੇ ਡੈਡੀ ਦੀ ਡੈਥ ਹੋ ਗਈ ਹੈ 2012 'ਚ। 2016 'ਚ ਸਾਨੂੰ ਨੋਟਿਸ ਆਇਆ ਜੀ। 2016 'ਚ ਨੋਟਿਸ ਆਇਆ, ਅਸੀਂ ਬੈਂਕ 'ਚ ਗਏ ਹਾਂ। ਬੈਂਕ 'ਚ ਜਾ ਕੇ ਅਸੀਂ ਪੁੱਛ-ਗਿੱਛ ਕੀਤੀ ਆ। ਪੁੱਛ-ਗਿੱਛ ਤੋਂ ਬਾਅਦ ਆਂਦੇ ਵੀ 20,000 ਰੁਪਈਆ ਤਾਰੋ। 20,000 ਰੁਪਈਏ ਤਾਂ ਅਸੀਂ ਜੀ ਇੱਦਾਂ ਕਰ ਕਰਾ ਕੇ ਤੁਸੀਂ ਸਾਡੇ ਹਾਲਾਤ ਵੇਖਿਆ ਜੀ, ਕਰ ਕਰਾ ਕੇ ਅਸੀਂ ਆਪਣਾ 18,000 ਰੁਪਈਆ ਤਾਰਿਆ ਜੀ। ਅਸੀਂ ਸਰਕਾਰ ਗਾੜੀ ਇਹ ਅਪੀਲ ਕਰਨੇ ਆ ਵੀ ਸਾਡਾ ਕਰਜ਼ਾ ਮਾਫ਼ ਕੀਤਾ ਜਾਏ। ਤੋ ਸਾਨੂੰ ਜੋ ਵੀ ਸਰਕਾਰ ਬਾਹਰ ਪਲਾਟ ਦੇ ਰਹੀ ਹੈ, ਸਾਨੂੰ ਪਲਾਟ ਦਿੱਤੇ ਜਾਣ। ਸਾਡੇ ਤੁਸੀਂ ਹਾਲਾਤ ਵੇਖੇ ਹੋ, ਸਾਡਾ ਤੁਸੀਂ ਮਤਲਬ ਸਾਡਾ ਰਾਸ਼ਨ ਕਾਰਡ ਤੱਕ ਨਹੀਂ ਹੈਗਾ ਜੀ, ਸਾਡਾ ਰਾਸ਼ਨ ਕਾਰਡ ਵੀ ਬਣਾਇਆ ਜਾਏ। ਜਿਹੜੇ ਘਰ 'ਚ ਰਹਿ ਸਕੇ ਤੁਹਾਡਾ ਆਪਣਾ ਘਰ ਹੈ? ਨਹੀਂ ਜੀ, ਇਹ ਸਾਡੇ ਕੋਲ ਕਿਰਾਏ 'ਤੇ ਘਰ ਆ ਜੀ। ਅਸੀਂ ਸਰਕਾਰ ਕੋਲ ਇਹ ਅਪੀਲ ਕਰਨੇ ਆ ਕਿ ਸਾਨੂੰ ਪਲਾਟ ਦਿੱਤਾ ਜਾਏ ਜੀ। सन ऑफ शुक्र मसीह काला अफगाना और मैं इस भाई पता सिंह जी जो मेरे दोस्त थे, इन्होंने 2005 ਦੇ ਵਿੱਚ ਕਰਜ਼ਾ ਲਿਆ ਸੀ ਔਰ 2012 ਦੇ ਵਿੱਚ ਉਹਨਾਂ ਦੀ ਮੌਤ ਹੋ ਗਈ ਆ ਔਰ ਇਹਨਾਂ ਦੇ ਬੇਟੇ ਨੇ ਕਰਜ਼ਾ ਵਾਪਸ ਕੀਤਾ ਹੋਇਆ ਔਰ ਮੈਂ ਉਹਨਾਂ ਦੀ ਗਵਾਹੀ ਸੀ ਔਰ ਬਾਰ-ਬਾਰ ਬੈਂਕ ਮੈਨੂੰ ਨੋਟਿਸ ਭੇਜ ਕੇ ਤੰਗ ਕਰ ਰਿਹਾ। ਮੈਂ ਅਪੀਲ ਕਰਦਾ ਪੰਜਾਬ ਸਰਕਾਰ ਨੂੰ ਔਰ ਕੋਆਪਰੇਟਿਵ ਮੰਤਰੀ ਨੂੰ ਰੰਧਾਵਾ ਨੂੰ ਕਿ ਫੌਰਨ ਕਾਰਵਾਈ ਕੀਤੀ ਜਾਵੇ ਤਾਂ ਇਹ ਜਿਹੜਾ ਕਰਜ਼ਾ ਆ ਮਾफ़ ਕੀਤਾ ਜਾਵੇ ਅਤੇ ਇਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ। ਮੈਂ ਅਪੀਲ ਕਰਦਾ ਹਾਂ। ਜ਼ਿਲ੍ਹਾ ਗੁਰਦਾਸਪੁਰ ਦੇ ਬਟਾਲਾ ਦੇ ਵਿੱਚ ਸੱਚਖੰਡ ਨਾਨਕ ਧਾਮ ਡੇਰਾ ਬਾਬਾ ਦਰਸ਼ਨ ਦਾਸ ਦੇ ਵੱਲੋਂ ਇਸ ਸਾਲ 3 ਰੋਜ਼ਾ ਸੰਮੇਲਨ 5, 6 ਅਤੇ 7 ਦਸੰਬਰ ਨੂੰ ਕਰਵਾਇਆ ਜਾਵੇਗਾ। ਕੋਵਿਡ-19 ਦੇ ਕਰਕੇ ਪਿਛਲੇ ਸਾਲ ਸਿਰਫ ਇੱਕ ਦਿਨ ਦਾ ਹੀ ਨਾਨਕ ਧਾਮ ਵਿਖੇ ਸੰਮੇਲਨ ਕਰਵਾਇਆ ਗਿਆ ਸੀ ਤੇ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਸੰਮੇਲਨ ਤੇ ਜ਼ਰੂਰ ਆਉਣ। ਆਪ ਜੀ ਸਭ ਨੂੰ ਬੇਨਤੀ ਕਰਨਾ ਕਿ ਵੱਧ ਚੜ ਕੇ ਭੰਡਾਰੇ ਤੇ ਦਰਸ਼ਨ ਦਿਓ। 5, 6, 7 ਸੰਡੇ, ਮੰਡੇ, ਟਿਊਜ਼ਡੇ 3 ਦਿਨ ਦਾ ਭੰਡਾਰਾ ਹੈਗਾ। ਹਜ਼ੂਰ ਮਹਾਰਾਜ ਤਿਲੋਚਨ ਦਾਸ ਜੀ ਇੱਥੇ 5 ਤਰੀਕ ਨੂੰ, 6 ਤਰੀਕ ਨੂੰ ਔਰ 7 ਤਰੀਕ ਨੂੰ ਸਤਸੰਗ ਕੀਰਤਨ ਕਰ ਰਹੇ ਨੇ। ਆਲ ਓਵਰ ਇੰਡੀਆ ਤੋਂ ਸੰਗਤਾਂ ਆ ਰਹੀਆਂ ਨੇ। ਸਭ ਨੂੰ ਅਸੀਂ ਬੇਨਤੀ ਕਰਨੇ ਆ ਕਿ ਮਾਸਕ ਪਾ ਕੇ, ਸੈਨੀਟਾਈਜ਼ਰ ਆਪਣੀ ਜੇਬ ਵਿੱਚ ਰੱਖ ਕੇ ਔਰ ਡਿਸਟੈਂਸ ਮੇਨਟੇਨ ਕਰਦੇ ਹੋਏ ਇੱਥੇ ਹੁਮਾ ਕੇ ਆਉਣ। ਕੋਈ ਦਿੱਕਤ ਨਹੀਂ, ਕੋਈ ਪਰੇਸ਼ਾਨੀ ਨਹੀਂ। ਸਭ ਦੀ ਸੁਵਿਧਾ ਵਾਸਤੇ ਸਾਰੇ ਅਰੇਂਜਮੈਂਟਸ ਹੈਗੇ ਆ। ਆਪਣੀ ਸਾਰੀ ਮੈਨੇਜਮੈਂਟ ਆਪ ਸਭ ਜੀ ਦੇ ਸਵਾਗਤ ਵਾਸਤੇ ਵੇਟ ਕਰ ਰਹੀ ਹੈ। ਸਭ ਵੱਧ ਚੜ ਕੇ ਸੰਗਤਾਂ ਆਉਣ ਤੇ ਸਭ ਦਾ ਸਵਾਗਤ ਹੈ। ਪੰਜਾਬ ਸਰਕਾਰ ਦੇ ਲਾਰਿਆਂ ਤੋਂ ਦੁਖੀ ਸੂਬੇ ਦੀ ਪੀਆਰਟੀਸੀ ਪਨਬਸ ਅਤੇ ਰੋਡਵੇਜ਼ ਦੇ ਕਾਮਿਆਂ ਵੱਲੋਂ ਪੰਜਾਬ ਦੀ ਕਾਂਗਰਸ ਸਰਕਾਰ ਖਿਲਾਫ ਆਰ-ਪਾਰ ਦੀ ਲੜਾਈ ਦਾ ਐਲਾਨ ਕਰ ਦਿੱਤਾ ਹੈ, ਜਿਸ ਨੂੰ ਲੈ ਕੇ ਸੂਬੇ ਭਰ ਦੇ ਰੋਡਵੇਜ਼, ਪਨਬਸ ਅਤੇ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਵੱਲੋਂ 7 ਤਰੀਕ ਨੂੰ ਅਣਮਿੱਥੇ ਸਮੇਂ ਲਈ ਹੜਤਾਲ ਦਾ ਐਲਾਨ ਕੀਤਾ ਗਿਆ, ਜਿਸ ਤੋਂ ਬਾਅਦ ਸੂਬੇ ਭਰ ਵਿੱਚ ਸਾਰੀਆਂ ਸਰਕਾਰੀ ਬੱਸਾਂ ਦਾ ਚੱਕਾ ਜਾਮ ਹੋਣ ਨਾਲ ਰੋਜ਼ਾਨਾ ਸਰਕਾਰ ਨੂੰ 6 ਤੋਂ 7 ਕਰੋੜ ਰੁਪਏ ਦਾ ਨੁਕਸਾਨ ਝੱਲਣਾ ਪਵੇਗਾ। ਦੇਖੋ, ਜੁਮਲੇ ਅੱਗੇ ਧਰਨੇ ਹੀ ਚੱਲਦੇ ਨੇ। ਇੱਕ ਜੁਮਲਾ ਸੀ ਬੜਾ ਮਸ਼ਹੂਰ ਹੁੰਦਾ ਸੀਗਾ ਮੋਦੀ ਸਾਹਿਬ ਦਾ ਵੀ ਜੁਮਲੇ ਛੱਡਤੇ ਕੰਮ ਹੋਇਆ ਨਹੀਂ। ਫਿਰ ਉਸੇ ਤਰ੍ਹਾਂ ਚੰਨੀ ਸਰਕਾਰ ਹੈ। ਚੰਨੀ ਸਰਕਾਰ ਨੇ ਜਦੋਂ ਨਾ ਚੰਨੀ ਮੁੱਖ ਮੰਤਰੀ ਬਣਿਆ ਜਾਂ ਬਣਨ ਤੋਂ ਪਹਿਲਾਂ ਇੱਕੋ ਗੱਲ ਕਹਿੰਦਾ ਹੁੰਦਾ ਸੀਗਾ ਕਿ ਇੱਕ ਵਾਰੀ ਸਿੰਘਾਂ ਨੂੰ ਹੱਥ ਪੈ ਲੈਣ ਦਿਓ, ਮੈਂ ਸਭ ਦੇ ਕੰਮ ਕਰ ਦੂੰਗਾ, ਮੈਂ ਕ੍ਰਾਂਤੀਕਾਰੀ ਬੰਦਾ ਏ। ਜਿਹੜੀ ਮਿੱਠੀਆਂ ਗੱਲਾਂ ਕਰਕੇ ਉਹ ਮੁੱਖ ਮੰਤਰੀ ਬਣ ਗਿਆ। ਹੁਣ ਮੁੱਖ ਮੰਤਰੀ ਜਦੋਂ ਬਣਿਆ, ਸਿੰਘਾਂ ਨੂੰ ਹੱਥ, ਉਹਦੀ ਲੈਂਗੁਏਜ ਦੇ ਵਿੱਚ ਗੱਲ ਕਰੀਏ ਵੀ ਸਿੰਘਾਂ ਨੂੰ ਹੱਥ ਪਿਆ, ਤਾਂ ਉਹ ਸਿੰਘਾਂ ਨੂੰ ਹੱਥ ਪਤਾ ਨਹੀਂ ਕਿਹਦੇ ਨੂੰ ਪਾਇਆ। ਉਹ ਗੱਲਾਂ ਘਰੇਲੂ ਲੱਗਿਆ ਕਰਨ, ਮੈਂ ਬਰਸੀਨ ਵੜਦਾ, ਮੈਂ ਚਰੀ ਵੜਦਾ, ਉਹ ਸਾਰੀ ਕੰਮ ਕਰਦੇ ਆ। ਜੇ ਆਮ ਬੰਦਾ ਬਣ ਕੇ ਵਿਚਰਨਾ ਚਾਹੁੰਦਾ ਏ ਤਾਂ ਆਮ ਲੋਕਾਂ ਦਾ ਦਰਦ ਵੀ ਸੁਣੇ। ਕਰਮਚਾਰੀ ਦੀ ਗੱਲ ਕਰੀਏ, ਪੰਜਾਬ ਦੇ ਵਿੱਚ ਲਗਭਗ 70 ਤੋਂ 80 ਹਜ਼ਾਰ ਜਿਹੜਾ ਬੰਦਾ ਆਊਟਸੋਰਸ ਜਾਂ ਕੰਟਰੈਕਟ 'ਤੇ ਕੰਮ ਕਰ ਰਿਹਾ ਹੈ। ਉਹ ਜਦੋਂ ਤਾਂ ਸਰਕਾਰ ਨੇ ਕੰਮ ਲੈਣਾ ਏ, ਫਿਰ ਅਸੀਂ ਕਾਨੂੰਨ ਦੇ ਵਿੱਚ ਜਦੋਂ ਅਸੀਂ ਪੱਕੇ ਹੋਣ ਦੀ ਗੱਲ ਕਰੀਏ, ਫਿਰ ਕਹਿੰਦੇ ਭਾਈ ਕਾਨੂੰਨੀ ਅੜਚਨ ਹੈ,
ਉਹ ਸਾਨੂੰ ਦੱਸਿਆ ਵੀ ਕਿਹੜੀ ਕਾਨੂੰਨੀ ਅੜਚਣ ਹੈ। ਮੁੱਖ ਮੰਤਰੀ ਨੇ 72 ਦਿਨ ਦੇ ਜਿਹੜੇ ਕਿ ਆਪਣੇ ਕੰਮ ਗਣਾਏ ਉਹ ਤਾਂ ਕਹਿੰਦੇ ਬੱਲੇ ਬੱਲੇ ਹੋਈ ਵੀ ਸਾਰੇ ਪੰਜਾਬ ਦੇ। ਸਭ ਫੇਲ ਨੇ, ਫੇਲ ਮੁੱਖ ਮੰਤਰੀ ਜਿਹਨੂੰ ਕਹਿ ਦਈਏ। ਕੈਪਟਨ ਵੀ ਫੇਲ ਸੀਗਾ ਤੇ ਇਹ ਵੀ ਫੇਲ ਮੰਤਰੀ ਹੈ। ਅੱਜ ਤਾਂ ਜੋ ਸਾਡੇ ਮੂੰਹ ਤੇ ਵੀ ਆ ਜਾਣ, ਅੱਜ ਤਾਂ ਮੂੰਹ ਤੇ ਠੋਕ ਦਈਏ। ਕੀ ਲੱਗਦਾ ਜਿਹੜਾ ਮੁਲਾਜ਼ਮਾਂ ਨੂੰ ਨਾਰਾਜ਼ ਕਰਕੇ 22 ਦੇ ਵਿੱਚ ਕਾਂਗਰਸ ਜਿਹੜੀ ਹੈਗੀ ਆ ਦੁਬਾਰਾ ਸੱਤਾ 'ਚ ਆਵੇਗੀ? ਕੀ ਲੱਗਦਾ? ਸੁਪਨਾ ਵੀ ਨਾ ਲਵੇ ਕਾਂਗਰਸ, ਜਾਂ ਜੇ ਪੰਜਾਬ 'ਚੋਂ ਸਫਾਇਆ ਹੋ ਗਿਆ ਤਾਂ ਸਾਰੇ ਪਾਸੇ ਸਫਾਈ ਹੋ ਜਾਣਾ। ਅਸੀਂ ਪਿੰਡਾਂ ਦੇ ਵਿੱਚ ਇਹਨਾਂ ਦੇ ਜਿਹੜੇ ਵੀ MLA MP ਨੂੰ ਬਣ ਨਹੀਂ ਦੇਵਾਂਗੇ। ਪਿੰਡਾਂ ਦੇ ਵਿੱਚ ਰੱਜ ਕੇ ਵਿਰੋਧ ਕਰਾਂਗੇ ਇਹਨਾਂ ਦਾ। ਅੱਜ ਮੋਗਾ ਵਿੱਚ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਵਿਰੁੱਧ ਪ੍ਰਦਰਸ਼ਨ ਕਰ ਰਹੇ ਪੰਜਾਬ ਰੋਡਵੇਜ਼ ਅਤੇ PRTC ਦੇ ਕੱਚੇ ਮੁਲਾਜ਼ਮਾਂ ਵੱਲੋਂ ਅੱਜ ਸੂਬੇ ਭਰ ਦੇ ਬੱਸ ਸਟੈਂਡ ਰੋਸ ਵਜੋਂ 2 ਘੰਟੇ ਲਈ ਬੰਦ ਕੀਤੇ ਗਏ ਅਤੇ ਨਾਲ 7 ਤਰੀਕ ਤੋਂ ਇਹਨਾਂ ਕੱਚੇ ਮੁਲਾਜ਼ਮਾਂ ਵੱਲੋਂ ਅਣਮਿੱਥੇ ਸਮੇਂ ਲਈ ਹੜਤਾਲ ਦਾ ਐਲਾਨ ਵੀ ਕੀਤਾ ਗਿਆ ਹੈ। ਦੇਖੋ ਜੀ, ਅੱਜ ਜੋ 2 ਘੰਟੇ ਬੱਸ ਸਟੈਂਡ ਬੰਦ ਹੈ 10 ਤੋਂ 12 ਤੱਕ, ਇਹ ਸਾਡੇ ਜਿਹੜੇ ਕੱਚੇ ਮੁਲਾਜ਼ਮ ਹੈ, ਸਰਕਾਰ ਵੱਲੋਂ ਇੱਕ ਪਹਿਲਾਂ ਵਾਅਦਾ ਕੀਤਾ ਗਿਆ ਸੀ ਇਹਨਾਂ ਮੁਲਾਜ਼ਮਾਂ ਨਾਲ ਕਿ ਜਦੋਂ ਸਰਕਾਰ ਸਾਡੀ ਕਾਂਗਰਸ ਸਰਕਾਰ ਵੱਲੋਂ ਇਹ ਵਾਅਦਾ ਕੀਤਾ ਗਿਆ ਜਦੋਂ ਸੱਤਾ ਵਿੱਚ ਅਸੀਂ ਆਏ ਤੇ ਅਸੀਂ ਜਿੰਨੇ ਵੀ ਮੁਲਾਜ਼ਮ ਕੱਚੇ ਉਹਨਾਂ ਨੂੰ ਰੈਗੂਲਰ ਕਰਾਂਗੇ, ਪਰੰਤੂ ਸਰਕਾਰ ਵੱਲੋਂ 4.5 ਸਾਲ ਤੋਂ ਵੱਧ ਦਾ ਸਮਾਂ ਦਾ ਲੰਘ ਗਿਆ ਹੈ ਪਰ ਸਰਕਾਰ ਵੱਲੋਂ ਕੋਈ ਵੀ ਕੱਚਾ ਮੁਲਾਜ਼ਮ ਪੱਕਾ ਨਹੀਂ ਕੀਤਾ ਗਿਆ। ਹੁਣ ਨਵੇਂ ਮੰਤਰੀ ਬਣੇ ਆਪਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਸਾਹਿਬ, ਜਿਨ੍ਹਾਂ ਵੱਲੋਂ ਇਹ ਐਲਾਨ ਕੀਤੇ ਜਾ ਰਿਹਾ ਕਿ ਅਸੀਂ ਬਹੁਤ ਵਧੀਆ ਪੰਜਾਬ ਨੂੰ ਅੱਗੇ ਲਿਜਾ ਰਹੇ ਹਾਂ, ਪੰਜਾਬ ਤਰੱਕੀ ਵੱਲ ਜਾ ਰਿਹਾ। ਰਾਜਾ ਵੜਿੰਗ ਵੱਲੋਂ ਇਹ ਕਿਹਾ ਜਾ ਰਿਹਾ ਵੀ ਟਰਾਂਸਪੋਰਟ ਜਿਹੜਾ ਮਹਿਕਮਾ ਉਹ ਫਾਇਦੇ ਵਿੱਚ ਹੈ, ਪਰੰਤੂ ਅਸੀਂ ਜੋ ਇਹਦੀ ਅੰਦਰਲੀ ਗੱਲ ਅਸੀਂ ਦੱਸਣਾ ਚਾਹੁੰਦੇ ਹਾਂ, ਇਹ ਵਾਅਦੇ ਖੋਖਲੇ ਨੇ। ਜਿੰਨੇ ਵੀ ਟਰਾਂਸਪੋਰਟ ਵਿੱਚ ਕੱਚੇ ਕੰਮ ਕਰ ਰਹੇ ਨੇ, ਜਿਵੇਂ ਪੰਜਾਬ ਰੋਡ, PRTC ਅਤੇ ਪਨ ਬੱਸ ਵਿੱਚ ਪਿਛਲੇ ਲੰਬੇ ਸਮੇਂ ਤੋਂ ਕੱਚੇ ਮੁਲਾਜ਼ਮ ਕੰਮ ਕਰ ਰਹੇ ਆ, ਉਹਨਾਂ ਨੂੰ ਰੈਗੂਲਰ ਨਹੀਂ ਕੀਤਾ ਗਿਆ ਤੇ ਜਿੰਨੀਆਂ ਵੀ ਬੱਸਾਂ ਨੇ ਉਹ ਸਾਰੀਆਂ ਕੰਡਮ ਹੋ ਗਈਆਂ, ਉਹਨਾਂ ਵਿੱਚ ਕੋਈ ਵੀ ਬੱਸ ਨਵੀਂ ਨਹੀਂ ਪਾਈ ਗਈ, ਜਿਸ ਕਰਕੇ ਸਾਨੂੰ ਅੱਜ 2 ਘੰਟੇ ਬੱਸ ਸਟੈਂਡ ਬੰਦ ਕਰਕੇ ਤੇ ਅੱਗੇ 7 ਤਰੀਕ ਨੂੰ ਜਿਹੜੀ ਲੰਬੇ ਸਮੇਂ ਦੀ ਹੜਤਾਲ ਦਾ ਐਲਾਨ ਕਰਨਾ ਪੈ ਰਿਹਾ ਜੀ। ਸਾਡੇ ਅੱਜ 27 ਦੇ 27 ਬੱਸ ਸਟੈਂਡਾਂ ਦੇ ਉੱਤੇ ਜੀ 2 ਘੰਟੇ ਲਈ ਬੱਸ ਸਟੈਂਡ ਬੰਦ ਕੀਤੇ ਜਾਂਦੇ ਆ ਜੀ 10 ਵਜੇ ਤੋਂ 12 ਵਜੇ ਤੱਕ, ਕਿਉਂਕਿ ਪਹਿਲਾਂ ਸਾਡੀ ਅਣਮਿੱਥੇ ਸਮੇਂ ਦੀ ਹੜਤਾਲ ਹੋਈ ਸੀ। ਉਸ ਹੜਤਾਲ ਤੋਂ ਬਾਅਦ ਸਾਡੀ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਸਾਹਿਬ ਨਾਲ ਮੀਟਿੰਗ ਹੋਈ ਸੀ। ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਸੀ ਜਿਹੜੀ ਪੰਜਾਬ ਦੀ ਪਹਿਲੀ ਕੈਬਨਿਟ ਮੀਟਿੰਗ ਹੋਊਗੀ ਉਹਦੇ ਵਿੱਚ ਤੁਹਾਨੂੰ ਪੱਕਿਆ ਕੀਤਾ ਜਾਊਗਾ, ਪਰ ਪਰਸੋਂ ਪੰਜਾਬ ਦੀ ਕੈਬਨਿਟ ਦੀ ਮੀਟਿੰਗ ਹੋਈ ਹੈ, ਉਹਦੇ ਵਿੱਚ ਸਾਡਾ ਕੋਈ ਜ਼ਿਕਰ ਨਹੀਂ ਹੋਇਆ। ਉਸ ਦੇ ਰੋਸ ਵਜੋਂ ਅੱਜ ਅਸੀਂ 2 ਘੰਟੇ ਬੱਸ ਸਟੈਂਡ ਬੰਦ ਕੀਤੇ ਆ। 7 ਤਰੀਕ ਤੋਂ ਅਸੀਂ ਅਣਮਿੱਥੇ ਸਮੇਂ ਦੀ ਹੜਤਾਲ ਕਰ ਰਹੇ ਹਾਂ। UCG ਵੱਲੋਂ 7ਵਾਂ ਪੇ ਸਕੇਲ ਲਾਗੂ ਨਾ ਕਰਨ ਦੇ ਵਿਰੋਧ ਵਿੱਚ ਮਾਤਾ ਗੁਜਰੀ ਕਾਲਜ ਵਿੱਚ ਪੰਜਾਬ ਐਂਡ ਚੰਡੀਗੜ੍ਹ ਕਾਲਜ ਟੀਚਰਸ ਯੂਨੀਅਨ ਦੀ ਚੱਲ ਰਹੀ ਹੜਤਾਲ ਤੀਜੇ ਦਿਨ ਵੀ ਜਾਰੀ ਰਹੀ। ਅਧਿਆਪਕਾਂ ਦੀ ਚੱਲ ਰਹੀ ਹੜਤਾਲ 'ਚ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਕਰਨੈਲ ਸਿੰਘ ਪੰਜੋਲੀ ਨੇ ਸ਼ਿਰਕਤ ਕਰਕੇ ਟੀਚਰਾਂ ਨੂੰ ਭਰੋਸਾ ਦਿੱਤਾ ਕਿ ਉਹ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਮੁਲਾਕਾਤ ਕਰਕੇ ਟੀਚਰਾਂ ਦਾ ਮਸਲਾ ਹੱਲ ਕਰਵਾਉਣਗੇ, ਕਿਉਂਕਿ UCG ਵੱਲੋਂ ਪੇ ਸਕੇਲ ਜਾਰੀ ਨਾ ਕਰਨ ਕਰਕੇ ਸੂਬੇ ਭਰ ਦੇ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਟੀਚਰ ਹੜਤਾਲ ਤੇ ਬੈਠੇ ਹਨ, ਜਿਸ ਕਰਕੇ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ। ਇਸ ਲਈ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਨੂੰ ਇਸ ਮਸਲੇ ਵੱਲ ਉਚੇਚਾ ਧਿਆਨ ਦੇ ਕੇ ਇਸ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨਾ ਚਾਹੀਦਾ ਹੈ। ਜਿਹੜਾ ਧਰਨਾ ਇੰਡੈਫੀਨਿਟ ਚੱਲ ਰਿਹਾ ਹੈ ਤਾਂ ਫਿਲਹਾਲ ਅਸੀਂ 15 ਦਸੰਬਰ ਤੱਕ ਇਹਨੂੰ ਐਕਸਟੈਂਡ ਕੀਤਾ ਹੈ ਤੇ ਅਸੀਂ ਸਾਡੇ ਦਰਮਿਆਨ ਅੱਜ ਸਾਡੇ ਜਥੇਦਾਰ ਕਰਨੈਲ ਸਿੰਘ ਪੰਜੋਲੀ ਜੀ ਆਏ, ਉਹਨਾਂ ਨੇ ਸਾਨੂੰ ਸਮਰਥਨ ਦਿੱਤਾ। ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ। ਔਰ ਸ਼੍ਰੋਮਣੀ ਅਕਾਲੀ ਦਲ ਦੀ ਜਦੋਂ ਵੀ ਸਰਕਾਰ ਰਹੀ 1976, 1986, 1996, 2006 ਉਹਨਾਂ ਨੇ ਸਾਨੂੰ ਇਹ ਗ੍ਰੇਡ ਦਿੱਤੇ ਤੇ ਪਹਿਲੀ ਵਾਰੀ ਮੌਕਾ ਮਿਲਿਆ ਸੀ ਕਾਂਗਰਸ ਨੂੰ, ਉਹਨਾਂ ਨੇ ਉਹ ਵੀ ਖੁੰਝਾ ਲਿਆ। ਮੈਨੂੰ ਲੱਗਦਾ ਵੀ ਲੋਕ ਇਹਦਾ ਜਿਹੜਾ ਉਹਨਾਂ ਨੂੰ ਸਬਕ ਵੋਟਾਂ ਦੇ ਵਿੱਚ ਸਿਖਾਉਣਗੇ। ਕੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਰਣਨੀਤੀ ਹੈ ਜਾਂ ਇਸੇ ਤਰ੍ਹਾਂ ਰੋਸ ਧਰਨਾ ਜਾਰੀ ਹੈ? ਇਹ ਇਸੇ ਤਰ੍ਹਾਂ ਅਜੇ ਅਣਮਿੱਥੇ ਸਮੇਂ ਲਈ ਜਾਰੀ ਰਹੇਗਾ ਜਦ ਤੱਕ ਉਹ ਸਾਡੀਆਂ ਮੰਗਾਂ ਨਹੀਂ ਮੰਨਦੇ। ਦੇਖੋ, ਅੱਜ ਮਾਤਾ ਗੁਜਰੀ ਕਾਲਜ ਦਾ ਸਟਾਫ ਹੀ ਨਹੀਂ ਬਲਕਿ ਸਾਰੇ ਪੰਜਾਬ ਦੇ ਕਾਲਜਾਂ ਦੇ ਸਟਾਫ ਜਿਹੜੇ ਨੇ, ਭਾਵੇਂ ਯੂਨੀਵਰਸਿਟੀ ਹੈ ਭਾਵੇਂ ਉਹ ਕਾਲਜ ਨੇ, ਉਹਨਾਂ ਦੇ ਸਟਾਫ ਆਪਣੀ ਪੇ ਕਮਿਸ਼ਨ ਦੀ ਜਿਹੜੀ ਰਿਪੋਰਟਾਂ ਨੂੰ ਪੰਜਾਬ ਵਿੱਚ ਲਾਗੂ ਕਰਾਉਣ ਦੇ ਲਈ ਉਹਦੇ ਲਈ ਧਰਨੇ ਤੇ ਬੈਠੇ ਨੇ। ਮੈਂ ਇਹਨਾਂ ਦੀਆਂ ਮੰਗਾਂ ਦੀ ਸਮਰਥਨ ਕਰਦਾ ਔਰ ਮੈਂ ਮੀਡੀਆ ਰਾਹੀਂ ਵੀ ਤੁਹਾਡੇ ਜ਼ਰੀਏ ਵੀ ਕਹਿਣਾ ਚਾਹੁੰਦਾ ਤੇ ਮੈਂ ਸਟੇਟ ਦੇ ਮੁੱਖ ਮੰਤਰੀ ਸਾਹਿਬ ਨੂੰ ਜਾਤੀ ਤੌਰ ਤੇ ਮਿਲ ਕੇ ਵੀ ਇਸ ਮਸਲੇ ਨੂੰ ਹੱਲ ਕਰਾਉਣ ਵੱਲ ਆਵਾਜ਼ ਉਠਾਵਾਂਗਾ। ਆਮ ਆਦਮੀ ਪਾਰਟੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵਰਕਰਾਂ ਦੇ ਨਾਲ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਨਤਮਸਤਕ ਹੋਏ ਤੇ ਬਾਅਦ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਉਹ ਆਪਣੇ ਆਪ ਨੂੰ ਭਾਗਸ਼ਾਲੀ ਮੰਨਦੇ ਹਨ ਕਿ ਉਹਨਾਂ ਨੂੰ ਪੂਜਨੀਕ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਦੀ ਸ਼ਹਾਦਤ ਵਾਲੀ ਧਰਤੀ ਤੇ ਨਤਮਸਤਕ ਹੋਣ ਦਾ ਮੌਕਾ ਮਿਲਿਆ ਹੈ। ਉਹਨਾਂ ਕਿਹਾ ਕਿ ਪੰਜਾਬ ਵਿੱਚ ਫੇਰੀ ਦੌਰਾਨ ਉਹਨਾਂ ਕਈ ਸਕੂਲਾਂ ਵਿੱਚ ਜਾਣ ਦੀ ਵੀ ਕੋਸ਼ਿਸ਼ ਕੀਤੀ, ਪਰ ਸਰਕਾਰ ਨੇ ਸਕੂਲਾਂ ਨੂੰ ਤਾਲੇ ਲਗਾ ਦਿੱਤੇ ਤਾਂ ਜੋ ਸਿੱਖਿਆ ਬਾਰੇ ਵੱਡੇ ਦਾਅਵੇ ਕਰਨ ਵਾਲੀ ਸਰਕਾਰ ਦੀ ਪੋਲ ਖੁੱਲ ਨਾ ਜਾਵੇ। कुछ अच्छे कर्म है कि इतनी शहीदों की धरती पर आकर पुण्य मिला है, यहाँ पे आके मत्था टिकाने का अवसर मिला। मैं समझता हूँ बहुत सौभाग्य से मिलता है
और आम आदमी पार्टी पूरे पंजाब में व्यापारियों के साथ संपर्क कर रही है। आज यहाँ भी व्यापारी के साथ संवाद हुआ, व्यापारी वर्ग के साथ में, और ये देख के बड़ा दुख हुआ कि सरकारों की लापरवाही की वजह से और सरकार में बैठे लोगों की करप्शन की वजह से आज यहाँ व्यापार नीचे चला जा रहा है। जिस सरकार की जिम्मेदारी थी कि व्यापार को ऊपर उठाया जाए, उसने कम कर दिया, और वजह केवल और केवल है कि करप्शन। तो आम आदमी पार्टी की सरकार आएगी तो रेड राज बंद करेगी, किसी भी व्यापारी को परेशान नहीं किया जाएगा, बल्कि व्यापारियों के साथ मिलकर व्यापार को कैसे आगे बढ़ाया जाए उसका रोड मैप तैयार किया। टिकटों की बांट को लेकर जो बात की, बाकी पार्टियों ने टिकटों की बांट कर दी शुरू कर दिया है, आम आदमी पार्टी पीछे हो रही है। आम आदमी पार्टी भी करेगी, चुनाव तक तो सभी करेंगे। अच्छा, एक आप खुद पत्रकार करें, कैसे देख रहे हो जी? पंजाब सरकार की कारगुजारियाँ तो बहुत ही ख़राब हैं। पिछले 5 साल में कुछ नहीं किया, और मतलब बड़ी बात करते थे कि भाई पंजाब के स्कूल अच्छे कर दिए हमने, पंजाब के स्कूल नंबर 1 हो गए। जब मैं पंजाब के स्कूल देखने गया तो वहाँ पे जाके ताला लगवा दिया स्कूलों को कि मनीष सिसोदिया अंदर नहीं जाना चाहिए, अगर अंदर गए तो पर्चा कर देंगे इसके खिलाफ। तो अगर नंबर 1 स्कूल हो गए थे तो दुनिया को देखने दो ना, ताला क्यों लगाते हो? ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਾਂਗਰਸ ਚ ਆਉਣ ਤੋਂ ਬਾਅਦ ਉਹਨਾਂ ਦੇ ਪਿੰਡ 'ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਪਿੰਡ ਦਾ ਸਰਪੰਚ ਉਹਨਾਂ ਦੇ ਪਰਿਵਾਰਾਂ ਕੋਲ ਹੈ ਤੇ ਜਿਸ ਕਾਰਨ ਪਿੰਡ ਦਾ ਵਿਕਾਸ ਹੋਇਆ ਹੈ। ਹੁਣ ਜੇਕਰ ਉਹ ਵੱਡੀ ਚੋਣ ਲੜਦੇ ਹਨ ਤਾਂ ਮਾਨਸਾ ਜ਼ਿਲ੍ਹੇ ਦਾ ਵਿਕਾਸ ਜ਼ਰੂਰ ਕਰਵਾਉਣਗੇ ਤੇ ਪਿੰਡ ਦੇ ਲੋਕਾਂ ਨੇ ਇਹ ਵੀ ਕਿਹਾ ਕਿ ਸਿੱਧੂ ਮੂਸੇਵਾਲੇ ਦੇ ਪਰਿਵਾਰ ਨੇ ਪਿੰਡ ਦਾ ਪਹਿਲਾਂ ਵੀ ਵਿਕਾਸ ਕਰਵਾਇਆ ਤੇ ਹੁਣ ਉਹਨਾਂ ਨੂੰ ਉਮੀਦ ਹੈ ਕਿ ਉਹ ਪੂਰਾ ਵਿਕਾਸ ਕਰਵਾਉਣਗੇ। ਜ਼ਿਲ੍ਹੇ ਦਾ ਵਿਕਾਸ ਹੋਇਆ ਹੈ, ਇਸ ਲਈ ਉਹ ਕਾਂਗਰਸ ਵਿੱਚ ਸ਼ਾਮਲ ਹੋ ਕੇ ਬਹੁਤ ਖੁਸ਼ ਹਨ। ਅਗਲੇ ਸਾਲ ਸੂਬੇ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਸਬੰਧ ਅੱਜ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਪਾਰਟੀ ਵਰਕਰਾਂ ਚੋਣ ਰਣਨੀਤੀ ਬਣਾਉਣ ਲਈ ਵਿਸ਼ੇਸ਼ ਤੌਰ ਤੇ ਗੜਸ਼ੰਕਰ ਵਿਖੇ ਪੁੱਜੇ ਤੇ ਇਸ ਮੌਕੇ ਗੜਸ਼ੰਕਰ ਵਿਖੇ ਭਾਜਪਾ ਵਰਕਰਾਂ ਵੱਲੋਂ ਅਸ਼ਵਨੀ ਸ਼ਰਮਾ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਹੈ ਕਿ ਬੀਜੇਪੀ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਆਪਣੇ ਦਮ ਤੇ ਚੋਣ ਲੜੇਗੀ ਅਤੇ ਜੋ ਵੀ ਲੀਡਰ ਬੀਜੇਪੀ ਦੀ ਵਿਚਾਰਧਾਰਾ ਨਾਲ ਸਹਿਮਤ ਹੈ ਉਹ ਤੇ ਪੰਜਾਬ ਦੀ ਖੁਸ਼ਹਾਲੀ ਚਾਹੁੰਦਾ ਹੈ ਉਸ ਦਾ ਬੀਜੇਪੀ ਸਵਾਗਤ ਕਰੇਗੀ। ਬਾਹਰਲੇ ਸੂਬਿਆਂ 'ਚ ਵੀ ਜੀ, ਬਿਹਾਰ 'ਚ, ਬੰਗਾਲ 'ਚ, ਉੜੀਸਾ 'ਚ, ਸਾਰਿਆਂ 'ਚ ਜੀ ਬਹੁਤ ਅੱਛੇ ਕੰਮ ਕਰਦੇ ਆ ਜੀ। ਟੋਬੇ ਸਾਰੇ ਪੱਕੇ ਕਰਤੇ, ਸੀਵਰੇਜ ਪਤਾ ਜੀ, ਤੇ ਆਪਣੀਆਂ ਗਲੀਆਂ ਨਾਲੀਆਂ ਬਣਾਤੀਆਂ ਜੀ ਸਾਰੀਆਂ, ਤੇ ਹੋਰ ਲੈਟਰਿੰਗਾਂ ਲੂਟਰੀਆਂ ਸਾਰਾ ਕੁਝ ਵਧੀਆ ਬਣਾਈ ਜਾਂਦਾ ਜੀ। ਸਭ ਬਹੁਤ ਮੰਡੀਰ ਮੰਗ ਰਿਹਾ ਜੀ, ਇਹਦੇ ਸਾਰੀ ਮੰਡੀਰ ਇਸ ਮੰਗ ਰਹੀ ਹੈ ਜੀ ਸਾਰੀ। ਬਹੁਤ ਉਹਦੇ ਕੋਲ ਲੋਕ ਮਿਲਣ ਆਉਂਦੇ ਰੋਜ਼, ਬਾਰੀ ਨਹੀਂ ਆਉਂਦੀ ਜੀ, ਆਖਣ ਕਿੱਧਰ ਭਾ ਗਿਆ ਘਰੇ ਮਿੰਟ ਨਹੀਂ ਵਿਹਲਾ ਖੜਦਾ ਜੀ। ਹਾਂਜੀ, ਪਹਿਲਾਂ ਸਿੱਧੂ ਮੂਸੇਵਾਲਾ ਬੱਚਾ ਸਾਡਾ ਵਧੀਆ ਹੀ, ਪਹਿਲਾਂ ਉਹਦੀ ਮੰਮੀ ਸਰਪੰਚ ਰਹੇ ਨੇ, ਉਹਨਾਂ ਨੇ ਸਾਡੇ ਪਿੰਡ ਦਾ ਵਿਕਾਸ ਕੀਤਾ ਜੋ ਵਧੀਆ ਕੀਤਾ ਗਾ, ਵਧੀਆ ਢੰਗ ਨਾਲ ਸਾਰੇ ਕੰਮਕਾਰ ਕੀਤੇ ਨੇ ਪਿੰਡ ਦੇ। ਹੁਣ ਮਤਲਬ ਕਿ ਸਿੱਧੂ ਆ ਜਿਹੜਾ ਉਹ ਸਾਡਾ ਵਧੀਆ ਸਿਆਣਾ ਬੱਚਾ ਗਾ, ਉਹ ਰਾਜਨੀਤੀ ਦੇ ਵਿੱਚ ਆ ਰਿਹਾ ਗਾ, ਕਿਉਂਕਿ ਹੁਣ ਸਾਡੇ ਸਾਰੇ ਜ਼ਿਲ੍ਹੇ ਦਾ ਵਿਕਾਸ ਬਹੁਤ ਵਧੀਆ ਢੰਗ ਨਾਲ ਹੀ ਕਰੂਗਾ, ਸਾਨੂੰ ਉਸ 'ਤੇ ਬਹੁਤ ਮਾਣ ਹੈ। ਜਦੋਂ ਪਹਿਲਾਂ ਇਹਦਾ ਪਾਪਾ ਮੈਂਬਰ ਵੀ ਸੀ ਸਿੱਧੂ ਦਾ, ਉਦੋਂ ਇਹ ਕੰਮ ਬਹੁਤ ਵਧੀਆ ਹੋਏ ਨੇ। ਹੁਣ ਇਹਨਾਂ ਕੋਲ ਸਰਪੰਚੀ ਹੈ, ਬਹੁਤ ਵਧੀਆ ਕੰਮ। ਜਿੰਨੇ ਸਾਡੇ ਗੰਦੇ ਟੋਬੇ ਸੀਗੇ, ਕਿਸੇ ਦਾ ਗੰਦੇ ਨਾਲੀ ਦਾ ਪਾਣੀ ਨਹੀਂ ਪੈਂਦਾ। ਜਿਵੇਂ ਆਮ ਕਹਿੰਦੇ ਸੀ ਕਿ ਡੈਕ ਲਾਈ ਫਿਰਦਾ, ਹੋਰ ਲਾਈ ਫਿਰਦਾ। ਆਹ ਸਾਹਮਣੇ ਆਪਣੇ ਗਰਾਊਂਡ ਬਣਾਏ ਨੇ ਖੇਡਣ ਖਾਤਰ ਮੁੰਡਿਆਂ ਨੂੰ, ਹੋਰ ਹੱਥ ਦੇ ਮੁੰਡੇ ਖੇਡਦੇ ਨੇ। ਵਧੀਆ ਪਿੰਡ ਦਾ ਕੰਮ ਬਹੁਤ ਵਧੀਆ ਕਰ ਰਿਹਾ ਜੀ। ਜਿੰਨੀ ਕਿ ਫਿਰ ਐਤਵਾਰ ਨੂੰ ਪੰਚਾਇਤੀ ਘਰ 'ਚ ਮੀਟਿੰਗ ਰੱਖਦਾ ਜੀ। ਜੇ ਕਿਸੇ ਦਾ ਰੌਲਾ ਝਗੜਾ, ਨਾ ਸਾਨੂੰ ਥਾਣੇ ਜਾਣ ਦੀ ਲੋੜ ਹੈ, ਨਾ ਕਚਹਿਰੀ ਜਾਣ ਦੀ, ਨਾ ਕੋਰਟ ਰੋਡ ਦੀ। ਬਹੁਤ ਵਧੀਆ ਢੰਗ ਨਾਲ ਕੰਮ ਕਰ ਰਿਹਾ ਹੈ। ਪੁਲਿਸ ਜ਼ਿਲ੍ਹਾ ਖੰਨਾ ਦੇ ਐਸਐਸਪੀ ਗੁਰਸ਼ਰਨਦੀਪ ਸਿੰਘ ਗਰੇਵਾਲ ਨੂੰ ਬਦਲ ਕੇ ਆਈਜੀ ਲਾਅ ਐਂਡ ਆਰਡਰ 2 ਲਗਾਇਆ ਗਿਆ ਹੈ ਤੇ ਬਲਵਿੰਦਰ ਸਿੰਘ ਖੰਨਾ ਨਵੇਂ ਐਸਐਸਪੀ ਹੋਣਗੇ। ਇਹ ਇਸ ਤੋਂ ਪਹਿਲਾਂ 4ਥੀ ਕਮਾਂਡੋ ਬਟਾਲੀਅਨ ਸਾਹਿਬਜ਼ਾਦਾ ਅਜੀਤ ਨਗਰ ਵਿੱਚ ਕਮਾਂਡੈਂਟ ਤੈਨਾਤ ਸਨ। ਅੱਜ ਨਵੇਂ ਐਸਐਸਪੀ ਨੇ ਆਪਣਾ ਕਾਰਜਭਾਰ ਸੰਭਾਲ ਲਿਆ ਹੈ। ਜ਼ਿਕਰ ਹੋਇਆ ਕਿ ਇਸ ਤੋਂ ਪਹਿਲਾਂ ਵੀ ਬਲਵਿੰਦਰ ਸਿੰਘ ਕਰੀਬ 10 ਸਾਲ ਖੰਨਾ ਦੇ ਐਸਪੀਡੀ ਸੇਵਾ ਨਿਭਾ ਚੁੱਕੇ ਹਨ। ਪਿਛਲੇ 7 ਦਿਨਾਂ ਤੋਂ ਮੇਰਾ ਵਿਧਾਨ ਸਭਾ ਦੇ ਹਿਸਾਬ ਦੇ ਨਾਲ ਆਪਣੇ ਕਾਰਜਕਰਤਾਵਾਂ ਦੇ ਨਾਲ ਉਹਨਾਂ ਦੀ ਸੰਗਠਨਾਤਮਕ ਰਚਨਾ ਦੀ ਜਾਣਕਾਰੀ ਲੈਣ ਦੇ ਲਈ ਮੈਂ ਬੈਠਕਾਂ ਕਰ ਰਿਹਾ, ਔਰ ਇਹ 20ਵੀਂ ਵਿਧਾਨ ਸਭਾ ਹੈ ਮੇਰੀ, ਜਿਹਦੇ ਅੰਦਰ ਮੇਰਾ ਆਪਣਾ ਆਣਾ ਹੋਇਆ, ਔਰ ਇਹਦੇ ਅੰਦਰ 22 ਦੇ ਚੁਣਾਵਾਂ ਨੂੰ ਲੈ ਕੇ ਆਪਣੇ ਵਰਕਰ ਨੇ ਕੀ ਤਿਆਰੀ ਕੀਤੀ, ਉਹਦੀ ਬੂਸਟਰ ਦੀ ਰਚਨਾ ਵਗੈਰਾ ਕਿੰਨੀ ਹੈ, ਕੀ ਹੈ ਸੰਗਠਨ ਉਹਦਾ ਕਿੰਨਾ ਤਿਆਰ ਹੈ, ਇਹਦੀ ਸਮੀਖਿਆ ਬੈਠਕਾਂ ਇਹ ਪਾਰਟੀ ਕਰ ਰਹੀ ਹੈ। ਐਸਾ ਹੈ ਕਿ ਆਪਣੇ ਲੋਕਾਂ ਤੇ ਵਿਸ਼ਵਾਸ ਹੈ ਔਰ ਪੂਰਨ ਵਿਸ਼ਵਾਸ ਹੈ, ਲੇਕਿਨ ਅੱਜ ਬੀਜੇਪੀ ਆਪਣੇ ਦਮ ਤੇ
117 सीटां 'ਤੇ चुनाव लड़न जा रही है। और ਜਦੋਂ ਕੋਈ ਵਿਅਕਤੀ ਤੁਹਾਡੀ ਆਈਡੀਓਲੋਜੀ ਨਾਲ ਪ੍ਰਭਾਵਿਤ ਹੋ ਕੇ, ਤੁਹਾਡੇ ਵਿਚਾਰ ਨਾਲ ਪ੍ਰਭਾਵਿਤ ਹੋ ਕੇ ਪਾਰਟੀ ਦੇ ਅੰਦਰ ਆਂਦਾ ਹੈ ਤੇ ਉਹਦੇ ਲਈ ਹਮੇਸ਼ਾ ਦਰਵਾਜ਼ੇ ਖੁੱਲੇ ਰੱਖਣੇ ਪੈਂਦੇ ਆ। ਐਸਾ ਹੈ ਕਿ ਪੰਜਾਬ 'ਚ ਅਮਨ ਰਹੇ, ਸ਼ਾਂਤੀ ਰਹੇ, ਭਾਈਚਾਰਾ ਰਹੇ। ਇਹਨੂੰ ਹੀ ਮੱਦੇਨਜ਼ਰ ਰੱਖ ਕੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਦੇ ਸੰਬੋਧਨ ਨੂੰ ਅਗਰ ਆਪ ਲੋਕਾਂ ਨੇ ਸੁਣਿਆ ਹੈ, ਉਹਨਾਂ ਨੇ ਇਹ ਕਿਹਾ ਕਿ ਮੈਂ ਕਿਸਾਨ ਹਿੱਤ ਲਈ ਲਿਆਂਦੇ ਸੀ ਇਹ ਬਿੱਲ, ਦੇਸ਼ ਹਿੱਤ ਲਈ ਵਾਪਸ ਲੈ ਲਏ। ਔਰ ਉਹਨਾਂ ਦੇ ਇਸ ਬਿਆਨ ਨੂੰ ਅਗਰ ਸਮਝਣਾ ਹੈ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੀ ਦਾ ਜਿਹੜਾ ਵਕਤਵਯ ਸੀ ਉਸ ਤੋਂ ਬਾਅਦ ਉਹ ਬਹੁਤ ਸਾਰੀਆਂ ਚੀਜ਼ਾਂ ਨੂੰ ਕਲੀਅਰ ਕਰਦਾ ਹੈ ਕਿ ਪ੍ਰਧਾਨ ਮੰਤਰੀ ਜੀ ਨੇ ਜਿਹੜਾ ਇਹ ਸ਼ਬਦ ਪ੍ਰਯੋਗ ਕੀਤਾ ਕਿ ਕਿਸਾਨ ਦੇ ਹਿੱਤ 'ਚ ਸੀ, ਦੇਸ਼ ਦੇ ਹਿੱਤ 'ਚ ਵਾਪਸ ਹੋਏ ਨੇ, ਤੇ ਉਸ ਤੋਂ ਬਾਅਦ ਮੈਨੂੰ ਲੱਗਦਾ ਕਿ ਕੋਈ ਗੱਲ ਬਾਕੀ ਰਹਿੰਦੀ ਹੈ। ਐਸਾ ਹੋ ਸਕਦਾ ਹੈ ਉਹਨਾਂ ਦੀ ਵਿਅਕਤੀਗਤ ਟਿੱਪਣੀਆਂ ਹੀ ਰਹਿੰਦੀਆਂ ਨਾ। ਹੁਣ ਉਹਨਾਂ ਦੇ ਉੱਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਬਿਆਨ ਦੇ ਉੱਤੇ ਮੈਂ ਕੋਈ ਟਿੱਪਣੀ ਕਰਾਂ, ਸਾਡੀ ਸਭ ਦੀ ਅਕਾਲ ਤਖਤ ਦੇ ਪ੍ਰਤੀ ਸ਼ਰਧਾ ਹੈ ਤੇ ਮੈਨੂੰ ਨਹੀਂ ਲੱਗਦਾ ਕਿ ਕੋਈ ਉਚਿਤ ਹੋਏਗਾ। ਮਨਜਿੰਦਰ ਸਿੰਘ ਸਿਰਸਾ ਦੀ ਉਹ ਇੱਕ ਜਾਣਿਆ ਪਛਾਣਿਆ ਚਿਹਰਾ ਸਿੱਖ ਸਮਾਜ ਲਈ, ਸਿੱਖ ਪੰਥ ਦੇ ਲਈ ਕਾਫੀ ਲੰਬੇ ਸਮੇਂ ਦੇ ਉੱਤੋਂ ਉਹ ਕੰਮ ਕਰ ਰਹੇ ਨੇ। ਚਾਹੇ ਸ਼੍ਰੀਨਗਰ ਦੇ ਅੰਦਰ ਕੋਈ ਸਿੱਖ ਸਮਾਜ ਦੇ ਲੋਕਾਂ ਨੂੰ ਪ੍ਰੋਬਲਮ ਆਏ, ਚਾਹੇ ਅਫਗਾਨਿਸਤਾਨ ਦੇ ਅੰਦਰ ਆਏ, ਬੇਬਾਕੀ ਦੇ ਨਾਲ ਉਹਨਾਂ ਨੇ ਆਪਣੀ ਰਾਏ ਦਿੱਤੀ ਹੈ। ਔਰ ਕਰੋਨਾ ਦੀ ਮਹਾਮਾਰੀ ਦੇ ਅੰਦਰ ਵੀ ਉਹਨਾਂ ਨੇ ਬਹੁਤ ਜ਼ਿਆਦਾ ਕੰਮ ਕੀਤਾ। ਔਰ ਉਹਨਾਂ ਦਾ ਕੱਲ ਜਿਹੜਾ ਸੰਬੋਧਨ ਵੀ ਹੋਇਆ, ਉਹਨਾਂ ਨੇ ਵੀ ਇਹ ਕਿਹਾ ਕਿ ਮੈਂ ਆਪਣੇ ਸਮਾਜ ਲਈ, ਆਪਣੇ ਪੰਥ ਲਈ ਪਹਿਲਾਂ ਵੀ ਕੰਮ ਕਰ ਰਿਹਾ, ਅੱਗੇ ਵੀ ਕਰਦਾ ਰਹਾਂਗਾ। ਔਰ ਮੈਨੂੰ ਨਰਿੰਦਰ ਭਾਈ ਮੋਦੀ ਜੀ ਦੇ ਉੱਤੇ ਵਿਸ਼ਵਾਸ ਹੈ। ਔਰ ਉਹਨਾਂ ਨੇ ਜਿਹੜਾ ਸਿੱਖ ਪੰਥ ਲਈ ਜਿਹੜੇ ਕੰਮ ਕੀਤੇ ਨੇ, ਉਹਨਾਂ ਨੇ ਜ਼ਿਕਰ ਕੀਤਾ 84 ਦੇ ਦੰਗਈਆਂ ਨੂੰ ਸਜ਼ਾ ਦਿਲਾਉਣਾ, ਕੋਰੀਡੋਰ ਖੋਲ੍ਹਣਾ, ਕਾਲੀ ਸੂਚੀ ਸਮਾਪਤ ਕਰਨਾ, ਤੇ ਮੈਨੂੰ ਉਹਨਾਂ ਤੋਂ ਬਹੁਤ ਉਮੀਦ ਹੈ। ਮੈਂ ਇਸ ਕਰਕੇ ਭਾਰਤੀ ਜਨਤਾ ਪਾਰਟੀ ਐਸਾ ਹੈ ਪਰਿਵਾਰ ਵੱਡਾ ਹੋ ਰਿਹਾ ਜਿਹਦਾ ਬੀਜੇਪੀ ਦੀ ਆਈਡੀਓਲੋਜੀ 'ਚ ਵਿਸ਼ਵਾਸ ਹੈ। ਅਸੀਂ 117 ਸੀਟਾਂ ਲੜਨ ਜਾ ਰਹੇ ਹਾਂ। ਸਾਡੀ ਵਿਚਾਰਧਾਰਾ ਨਾਲ ਜੁੜ ਕੇ ਕੋਈ ਆਂਦਾ ਹੈ, ਉਹਦਾ ਸਵਾਗਤ ਹੈ। ਪਠਾਨਕੋਟ ਦੇ ਹਲਕਾ ਭੋਆ ਵਿੱਚ ਅੱਜ ਮੁੱਖ ਮੰਤਰੀ ਚਰਨਜੀਤ ਚੰਨੀ ਪਹੁੰਚੇ, ਜਿੱਥੇ ਉਹਨਾਂ ਨੇ ਸੀਮਾਵਰਤੀ ਖੇਤਰ ਦੀ ਇੱਕ ਰੈਲੀ ਕੀਤੀ, ਜਿੱਥੇ ਉਹਨਾਂ ਨੇ ਪਠਾਨਕੋਟ ਮੈਡੀਕਲ ਕਾਲਜ ਬਣਾਉਣ ਦਾ ਐਲਾਨ ਵੀ ਕੀਤਾ ਅਤੇ ਨਾਲ ਹੀ ਨਰੋੜ ਜੈਮਲ ਸਿੰਘ ਕਮਿਊਨਿਟੀ ਸੈਂਟਰ ਨੂੰ ਅਪਗ੍ਰੇਡ ਪੂਰਨ ਦਾ ਭਰੋਸਾ ਵੀ ਦਿੱਤਾ ਗਿਆ। ਦੱਸਣਯੋਗ ਹੈ ਇੱਕ ਦਿਨ ਪਹਿਲਾਂ ਅਰਵਿੰਦ ਕੇਜਰੀਵਾਲ ਪਠਾਨਕੋਟ ਵਿੱਚ ਵਿਸ਼ਾਲ ਰੈਲੀ ਕਰਕੇ ਆਏ ਹਨ ਤੇ ਹੁਣ ਚਰਨਜੀਤ ਸਿੰਘ ਚੰਨੀ ਹਲਕਾ ਭੋਆ ਵਿੱਚ ਪਹੁੰਚ ਗਏ। इनका डिमांड ही बहुत घट रखी है कि मैं आपे सारा कुछ कर लूंगा, लेकिन मेरा फर्ज बनता मैं अपने भरा दे अपने बजुर्गों के अपने परिवार के घर के आया मेडिकल कॉलेज बनाना है पठानकोट जिले में बना के देवांगा, जाके पास करांगा और थोड़े दिनों तक मैं पठानकोट आना नाल चिट्ठी लेके आऊंगा कि पठानकोट जिले च मेडिकल कॉलेज बनना। एक कोई का ब्लॉक बनाना है, मैं कहना यार 3 से 4 घर, 4 से 5 घर, ऐसा तो तेरे मुझे थान दिते जो मर्जी सवाई ये भी ब्लॉक भी बना देंगे। एक हस्पताल जड़ा नरोड़ जैमल सिंह का उन्होंने अपग्रेड करांगे। ये मैं थोड़े जे काम कराए हैं, अगली बारी परमात्मा ने कृपा करती हत्थों के कलम फड़ा देनी है, जो मर्जी लिखी जाए। सारे का बहुत बहुत धन्यवाद ਵੀਰੋ। ਦੁਬਾਰੇ ਮੌਕਾ ਨਹੀਂ ਮਿਲਣਾ। ਅੱਜ ਲੁਧਿਆਣਾ ਵਿੱਚ ਕਾਂਗਰਸ ਪਾਰਟੀ ਦੀ ਨੈਸ਼ਨਲ ਸਪੋਕਸਪਰਸਨ ਅਲਕਾ ਲਾਂਬਾ ਹਾਜ਼ਰ ਹੋਈ, ਜਿੱਥੇ ਉਹਨਾਂ ਨੇ NSUI ਦੇ ਵਿਦਿਆਰਥੀਆਂ ਦੇ ਨਾਲ ਪੰਜਾਬ ਦੇ ਗੰਭੀਰ ਮਸਲਿਆਂ ਤੇ ਚਰਚਾ ਵੀ ਕੀਤੀ। ਉਹਨਾਂ ਕੇਜਰੀਵਾਲ ਦੇ ਵਾਰ ਕਰਦਿਆਂ ਕਿਹਾ ਹੈ ਕਿ ਪੰਜਾਬ ਵਾਸੀ ਠੱਗਾਂ ਤੋਂ ਸਾਵਧਾਨ ਰਹਿਣ ਤੇ ਕੇਜਰੀਵਾਲ 1-1000 ਦੇ ਕੇ ਭੋਲੀ ਭਾਲੀ ਜਨਤਾ ਨੂੰ ਖਰੀਦਣਾ ਚਾਹੁੰਦਾ ਹੈ। कि जो आपके ठग हैं उसके महाठग का नाम है अरविंद केजरीवाल। वो मैंने देखा पंजाब घूम रहे हैं, गोवा जा रहे हैं, अपनी प्रयोगशाला बनाना चाहते हैं पंजाब गोवा जैसे राज्यों को, खासतौर से पंजाब को। प्रयोगशाला किस चीज़ की प्रयोगशाला? बस कुछ प्रतिशत वोट मिल जाए तो वो राष्ट्रीय पार्टी बन जाएंगे, उनका प्रधानमंत्री का सफ़र पूरा हो जाएगा। पंजाब ने उन्हें 20 विधायक दिए,
साथ छोड़ के चले गए। बड़ा चेहरा था HS फुल्का जी, गांधी जी छोड़ के चले गए, जिनसे अपनी पार्टी और 20 विधायक नहीं संभले। वो पंजाब संभालेगा जो बॉर्डर से लगा हुआ है, जो किसानी का है। इन किसानों को धोखा देने का काम उसी ठग ने किया। दिल्ली विधानसभा में सबसे पहले इस कृषि कानूनों पर मोहर लगाने वाले अरविंद केजरीवाल थे। बिजली के बिल लेकर आए, उन्होंने पोथे दिखाए कि बिजली का बिल, दिल्ली में बिजली मुफ्त है। मैं भी लेकर आई हूँ बिल, ले लीजिएगा, दिखाइएगा। वो फ्री वाले लेकर आए। वो कौन से फ्री थे? 12 महीने में, जनवरी फरवरी मार्च, जब सर्दी ठंड कड़क की पड़ती है, आप बिजली का कम इस्तेमाल करते हैं, वो उस 3 महीने के लेकर आए। बाकी 9 महीने के मैं लेकर आई हूँ। दिल्ली वालों को 6 रुपये 50 पैसे प्रति यूनिट देना पड़ रहा है। और मई, जून, जुलाई, अगस्त में बिजली का बिल आते हैं 4000, 5000, 6000, 8000 बिल देकर जा रही हूँ यहाँ पर। और एवरेज अगर आप देखेंगे तो हर महीने दिल्ली वाला 2000 रुपये बिजली का बिल दे रहा है। हवाएं जहरीली हैं, आज सुप्रीम कोर्ट ने फटकार लगा दी है उन्हें। हवाएं जहरीली हैं। दोष किसान पंजाब का पराली जला रहा है। सुप्रीम कोर्ट ने साबित कर दिया 4% है पराली, बाकी आपका घरेलू प्रदूषण है। यमुना का पानी जहरीला है। छठ की पूजा में हमारी बहनें उस जहरीले झाग के पानी में खड़ी थी तो कहा गया हरियाणा दोषी है। ऑक्सीजन के बिना कोरोना में हेल्थ मॉडल, विश्व स्तरीय मोहल्ला क्लिनिक। आपने मालूम है ऑक्सीजन के बिना दिल्ली में लोगों ने दम तोड़ा है। कौन सा ऑक्सीजन मॉडल था आपके पास? ये कहते 1000 रुपया असी पंजाब दी अपनी धीआं नूं देंगे। इत्थे आओगे तो सत्ता विच दोगे ना। दिल्ली विच मैं चुनौती दे के जा रही हाँ। मैं दिल्ली दी धीआं, मैं अपनी बेटियां दे दिल्ली वास्ते कह रही हाँ, तुसीं उत्थे कैबिनेट विच हैगे हो। पंजाब दे लोगां नूं कहांगी अगर इन्हां दी गल विच विश्वास करना है कि 1000 रुपया देणगे तो इन्हां नूं कहो केजरीवाल जी दिल्ली जाओ, कैबिनेट दी मीटिंग बुला लो, कलम चला दो, फैसला ले लो। 1 जनवरी 2022 तो दिल्ली दी धीआं नूं, बेटियां नूं 1000 रुपया महीना बैंक च आएगा। अगर उन्हां दा आ गया तो फरवरी च तुसीं वोट दे देना इन्हां नूं। विश्व सेहत संगठन WHO ਦੀ ਇੱਕ ਮਾਹਿਰ ਟੀਮ ਕੋਵਿਡ ਦੇ ਨਵੇਂ ਰੂਪ ਓਮਿਕਰੋਨ ਨਾਲ ਲੜਨ ਵਿੱਚ ਮਦਦ ਲਈ ਦੱਖਣੀ ਅਫਰੀਕਾ ਪਹੁੰਚੀ। ਟੀਮ ਗੋਤੇਂਗ ਸੂਬੇ ਵਿੱਚ ਕੇਸਾਂ ਨਾਲ ਨਜਿੱਠਣ ਦੇ ਯਤਨਾਂ ਵਿੱਚ ਸਹਾਇਤਾ ਕਰੇਗੀ। ਓਮਿਕਰੋਨ 30 ਤੋਂ ਵੱਧ ਦੇਸ਼ਾਂ ਵਿੱਚ ਫੈਲ ਚੁੱਕਾ ਹੈ ਤੇ WHO ਦੇ ਅਫਰੀਕਾ ਦੇ ਖੇਤਰੀ ਐਮਰਜੈਂਸੀ ਨਿਰਦੇਸ਼ਕ ਡਾਕਟਰ ਸਲਾਮ ਗਵੇ ਨੇ ਕਿਹਾ ਹੈ ਕਿ ਨਿਗਰਾਨੀ ਅਤੇ ਸੰਪਰਕ ਟ੍ਰੇਸਿੰਗ ਵਿੱਚ ਸਹਾਇਤਾ ਲਈ ਮਾਹਿਰਾਂ ਦੀ ਇੱਕ ਟੀਮ ਗੋਤੇਂਗ ਭੇਜੀ ਗਈ ਹੈ, ਜਦੋਂ ਕਿ ਇੱਕ ਟੀਮ ਪਹਿਲਾਂ ਹੀ ਦੱਖਣੀ ਅਫਰੀਕਾ ਵਿੱਚ ਹੈ ਅਤੇ जीनोम क्रम विच मदद कर रही है। सेहत अधिकारियों द्वारा अज 5 होर अमरीकी राज्यों में ओमिक्रोन वेरिएंट के केसां की पुष्टि की गई है, जिस नाल संक्रमण की पुष्टि वाले राज्यों की कुल गिनती 10 हो गई है। सेहत अधिकारियों के अनुसार शुक्रवार को मैरीलैंड, नेब्रास्का, पेनसिल्वेनिया, न्यू जर्सी और ओटार राज्यों में ओमिक्रोन वेरिएंट के नवे मामले सामने आए। इस हफ्ते के शुरू में कैलीफोर्निया, कोलोराडो, हवाई, मिनीसोटा और न्यूयॉर्क विच भी मामले सामने आए सन। राष्ट्रीय सेहत मिशन पंजाब अधीन पिछले 14-15 सालों तो निगुणिया तनख्वाहां ते करीब 13,500 मुलाजम ठेके के आधार पर सेवावां निभा रहे हैं। भावें पंजाब सरकार ने कच्चे मुलाजमां नूं पक्का करन लई एक्ट लिआंदा है, पर कोरोना काल दौरान मौत के मुँह विच दिन रात काम करन वाले इन्हां कर्मचारियों नूं एक्ट तो वांझे रखा गया है, जिस दे रोस वजों इन्हां कर्मचारियों वालों कीती हड़ताल अज फतेहगढ़ साहिब विखे 18वें दिन भी जारी रही। इस मौके प्रेस नूं जानकारी दिंदे हुए सूबा सीनियर वाइस प्रधान अमरजीत सिंह ने कहा है कि कांग्रेस सरकार वालों राष्ट्रीय सेहत मिशन के मुलाजमां नाल मितरेई मां वर्गा सलूक किया जा रहा है। उन्होंने भी कहा कि कैप्टन सरकार की तर्ज से ही चन्नी सरकार भी सिर्फ ऐलाना तक ही सीमित हैं। एक पासे तो सरकार 36,000 मुलाजमां नूं पक्का करन दा सगूफा छड्ड के आने वाली विधान सभा चोणां विच वाही लैना चाहती है, पर सानू समझ नहीं आती कि 36,000 मुलाजमा पक्का करना केड़ा है। ना तो कोई बोर्ड है तो ना ही कोई कारपोरेशन ते ना ही कोई सेंटर दीयां स्कीमां नूं शामिल किया गया। अपने हरमिंदरपाल मल्टीपर्पज हैल्थ एंपलाई यूनियन जिला फतेहगढ़ साहब वालों सरकार नूं बेनती करनी चाहुंदा है भी लोकां नूं सेहत सहूलतां वधिया मिलण ते इन्हां नूं कच्चे कामिਆਂ ਨੂੰ पक्का किया जाए, क्योंकि थोड़ी तनख्वाह के नाल किवें ये बच्चे पढ़ाउण, किवें घर का गुजारा करन। इस करके जे पंजाब सरकार नूं सेहत सहूलतां की चिंता है तो इन्हां दा काम जल्दी तो जल्दी किया जाए तां जो पंजाब के लोगों को सेहत सहूलतां मिल सकन। सर अज जिहड़ा प्रशा पत्र देना सी उहनूं भी देण नूं भी बड़ा औखा हो गया सी, तो ਉਹਦੇ ਬਾਰੇ ਕੀ ਕਹਿਣਾ ਚਾਹੁੰਦੇ? वो तो चलो जिहड़ा प्रशासन है ना वो इस तरह करदा ही हुंदा। वो जिन्ने भी धरने मुजाहरे किते भी चलते हैं तो हुण तुसीं देखिआ ही होना भी खर्ड इन्हां वालों किन्ना वधिया जाम लाया गया सी, उत्थे देख लो कोई भी नहीं पहुंचा। ये प्रशासन वालों चलता रहिंदा, पर फिर भी चलो जदों संघर्ष किया गया तो प्रशासन वालों इन्हां दे जिहड़े सर्टिफिकेट ने वो वापस लै गए।
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਕਾਂਗਰਸ 'ਚ ਐਂਟਰੀ ਤੋਂ ਬਾਅਦ ਮਾਨਸਾ ਵਿਧਾਨ ਸਭਾ ਹਲਕੇ 'ਚ ਬਾਗੀ ਸੂਰਾਂ ਉੱਠਣ ਲੱਗ ਪਈਆਂ ਹਨ। ਅੱਜ ਕਾਂਗਰਸੀ ਵਰਕਰਾਂ ਨੇ ਵੱਡਾ ਇਕੱਠ ਕੀਤਾ ਤੇ ਹਾਈ ਕਮਾਂਡ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਉਹਨਾਂ ਨੇ ਕਿਸੇ ਗਾਇਕ ਨੂੰ ਟਿਕਟ ਦਿੱਤੀ ਤਾਂ ਅਸੀਂ ਆਪਣਾ ਆਜ਼ਾਦ ਉਮੀਦਵਾਰ ਖੜਾ ਕਰਕੇ ਵਿਰੋਧ ਕਰਾਂਗੇ ਅਤੇ ਮਾਨਸਾ ਜ਼ਿਲ੍ਹੇ ਦੀ ਟਕਸਾਲੀ ਕਾਂਗਰਸ ਵਰਕਰ ਨੂੰ ਟਿਕਟ ਦਿੱਤੀ ਜਾਵੇ। ਅੱਜ ਸਾਡੇ ਜੀ ਕਾਂਗਰਸ ਪਾਰਟੀ ਦੇ ਮਾਨਸਾ ਦੇ ਸਾਰੇ ਅਸੀਂ ਅੱਜ ਵਰਕਰ ਸਾਹਿਬਾਨ ਅਸੀਂ ਇਕੱਠੇ ਹੋਏ ਹਾਂ। ਕਾਂਗਰਸ ਪਾਰਟੀ ਦੇ ਵਰਕਰ ਸਾਡਾ ਇੱਕ ਪਰਿਵਾਰ ਦੀ ਤਰ੍ਹਾਂ ਅਸੀਂ ਪਿਛਲੇ ਕਈ ਸਾਲਾਂ ਤੋਂ ਸਾਡੇ ਪਰਿਵਾਰ ਨਾਲ ਵਿਚ ਰਹੇ ਆ। ਅੱਜ ਅਸੀਂ 2022 ਦੇ ਇਲੈਕਸ਼ਨਾਂ ਵਾਸਤੇ ਅੱਜ ਅਸੀਂ ਇੱਥੇ ਇਕੱਠੇ ਹੋਏ ਸੀਗੇ। ਕਾਂਗਰਸੀ ਵਰਕਰਾਂ ਦੀ ਕੋਈ ਬੇਨਤੀ ਹਾਈ ਕਮਾਂਡ ਨੂੰ ਵੀ ਜੋ ਕਿ ਟਿਕਟ ਸਰਵੇ ਦੇ ਹਿਸਾਬ ਨਾਲ ਕਾਂਗਰਸ ਪਾਰਟੀ ਕਹਿ ਰਹੀ ਹੈ, ਹਾਈ ਕਮਾਂਡ ਵੀ ਨੇ ਵੀ ਦੱਸਿਆ ਵੀ ਸਰਵੇ ਹਿਸਾਬ ਨਾਲ ਅਸੀਂ ਟਿਕਟਾਂ ਦੇਵਾਂਗੇ। ਸਾਡੀ ਕੋਈ ਇੱਕ ਬੇਨਤੀ ਆ ਵੀ ਬੰਦਾ ਸਾਡਾ ਲੋਕਲ ਤੇ ਇੱਕ ਹਾਈ ਕਮਾਂਡ ਤੇ ਹੁਕਮਾਂ ਸਦਕਾ ਸਾਡੇ ਕਿਹੜੇ ਸਰਵੇ ਦੇ ਹਿਸਾਬ ਨਾਲ ਸਾਨੂੰ ਟਿਕਟਾਂ ਦਿੱਤੀਆਂ, ਜਿਹੜਾ ਵੀ ਸਰਵੇ ਹਿਸਾਬ ਨਾਲ ਉੱਪਰ ਆਉਂਦਾ ਉਹਨੂੰ ਟਿਕਟ ਦਿੱਤੀ। ਅੱਜ ਹੀ ਗਾਗੋਵਾਲ ਸਾਹਿਬ ਵੱਲੋਂ ਇੱਕ ਵੱਡਾ ਇਕੱਠ ਵਰਕਰ ਮੀਟਿੰਗ ਰੱਖੀ ਗਈ ਸੀ ਤੇ ਆਉਣ ਵਾਲੀਆਂ ਜਿਹੜੇ 2022 ਦੀਆਂ ਚੋਣਾਂ ਦਾ ਆਗਾਜ਼ ਕੀਤਾ ਜੀ, ਕਿਉਂਕਿ ਇੱਥੇ ਜੇ ਕੋਈ ਬਾਹਰੋਂ ਸਾਡੇ ਤੇ ਲੀਡਰ ਥੋਪਿਆ ਗਿਆ ਅਸੀਂ ਉਹਨੂੰ ਐਕਸੈਪਟ ਨਹੀਂ ਕਰਾਂਗੇ, ਕਿਉਂਕਿ ਅਸੀਂ ਪਹਿਲਾਂ ਵੀ 10 ਸਾਲ ਲਗਾਤਾਰ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਸਾਡੀ ਵਰਕਰਾਂ ਦੀ ਕਾਂਗਰਸੀਆਂ ਦੀ ਕਿਸੇ ਨੇ ਬਾਂਹ ਨਹੀਂ ਫੜੀ ਤਾਂ ਗਾਗੋਵਾਲ ਪਰਿਵਾਰ ਨੇ ਸਾਡੀ ਮਦਦ ਕੀਤੀ। ਜੋ ਸਾਡੇ ਤੇ ਪਰਚੇ ਹੁੰਦੇ ਸਾਡੇ ਨਾਲ ਧੱਕਾ ਹੁੰਦਾ ਸੀ ਤਾਂ ਉਦੋਂ ਗਾਗੋਵਾਲ ਪਰਿਵਾਰ ਸਾਡੀ ਬਾਂਹ ਫੜਦਾ ਸੀ। ਇਸ ਕਰਕੇ ਅਸੀਂ ਹਾਈ ਕਮਾਂਡ ਨੂੰ ਬੇਨਤੀ ਕਰਦੇ ਹਾਂ ਕਿ ਜੇ ਕਾਂਗਰਸ ਪਾਰਟੀ ਟਿਕਟ ਸਾਡੇ ਕਿਸੇ ਲੋਕਲ ਲੀਡਰ ਨੂੰ ਖਾਸ ਕਰਕੇ ਗਾਗੋਵਾਲ ਪਰਿਵਾਰ ਨੂੰ ਦਿੱਤੀ ਗਈ ਤਾਂ ਸੀਟ ਨਿਕਲ ਸਕਦੀ ਹੈ, ਨਹੀਂ ਤਾਂ 20,000 ਤੋਂ ਲੈ ਕੇ 25,000 ਤੱਕ ਹਾਰ ਦਾ ਮੂੰਹ ਦੇਖਣਾ ਪਊਗਾ ਜੀ। ਜਿੰਨੇ ਵੀ ਅਸੀਂ ਕਾਂਗਰਸੀ ਵਰਕਰ ਹਰ ਵਾਰੀ ਵੋਟਾਂ ਅਸੀਂ ਕਾਂਗਰਸ ਵਧਾਉਂਦੇ ਆ। ਜੇ ਕਾਂਗਰਸ ਦੀ ਟਿਕਟ ਕਿਸੇ ਹੋਰ ਨੂੰ ਤੇ ਅਸੀਂ ਪਿੰਡ ਦੇ ਵਿੱਚ ਵੜਨ ਨਹੀਂ ਦੇਵਾਂਗੇ। ਸਿਰਫ ਬੀਬਾ ਗਾਗੋਵਾਲ ਨੂੰ ਇੱਕ ਆਦਤ ਹੈ ਪਿੰਡ ਦੇ ਵਿੱਚ ਵੜਨ ਦੀ, ਇਹਨੂੰ ਅਸੀਂ 20,000 ਵੋਟ ਤੇ ਜਿਤਾਵਾਂਗੇ, ਹੋਰ ਨੂੰ 20,000 ਵੋਟ ਤੇ ਅਸੀਂ ਹਰਾਵਾਂਗੇ। ਮੈਂ ਗੁਰਚਰਨ ਸਿੰਘ ਪਿੰਡਰਾੜ ਬਾਬੂ ਮੂਸੇ ਨੂੰ ਅਸੀਂ ਲਵੇ ਵੀ ਨਹੀਂ ਲੱਗਣ ਦੇ ਸਾਡੇ ਪਿੰਡ ਦੇ ਵਿੱਚ। ਸਿਰਫ ਇਹੀ ਇੱਕੋ ਹੀ ਪਰਿਵਾਰ ਹੈ ਜਿਹੜਾ ਸਾਡੇ ਪਿੰਡ 'ਚ ਵੜੂਗਾ, ਹੋਰ ਅਸੀਂ ਕਿਸੇ ਨੂੰ ਨਹੀਂ ਵੜਨ ਦੇਵਾਂਗੇ। ਪਿਛਲੇ ਸਾਲ ਆਸਾ ਕੁਮਾਰੀ ਬਾਂਸਲ ਤੋਂ 2 ਕਰੋੜ ਰੁਪਈਆ ਲੈ ਗਈ, 20,000 ਤੇ ਹਰਾਈ ਅਸੀਂ ਉਹ ਹੋਰ ਵੀ ਬੰਦਾ ਜਿੱਤ ਗਿਆ ਇੱਥੇ। ਹੁਣ ਇਹ ਗਾਗੋਵਾਲ ਦੀ ਵਾਰੀ ਹੈ, ਅਸੀਂ ਇਹਨੂੰ ਜਿਤਾਵਾਂਗੇ, ਬਿਲਕੁਲ ਜਿਤਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ। ਆਏ ਦਿਨ ਹੀ ਫਰੋਡ ਕੰਪਨੀਆਂ ਵੱਲੋਂ ਲੋਕਾਂ ਨੂੰ ਪੈਸੇ ਡਬਲ ਕਰਨ ਦੇ ਲਾਲਚ ਦੇ ਕੇ ਠੱਗੀ ਕਰਨ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਅਜਿਹਾ ਹੀ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ, ਜਿੱਥੇ ਸਮਰਿੱਧੀ ਨਾਮ ਦੀ ਕੰਪਨੀ ਵੱਲੋਂ ਲੋਕਾਂ ਨੂੰ 5 ਸਾਲ ਵਿੱਚ ਪੈਸੇ ਡਬਲ ਕਰਨ ਦਾ ਲਾਲਚ ਦੇ ਕੇ ਕਿਸਾਨਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਕਰ ਰਹੇ ਕੰਪਨੀ ਰਫੂ ਚੱਕਰ ਹੋ ਗਈ ਅਤੇ ਸਰਕਾਰ ਵੱਲੋਂ ਪੂਰੇ ਦੇਸ਼ ਵਿੱਚ ਇਸ ਕੰਪਨੀ ਦੀ ਸਾਰੀ ਜਾਇਦਾਦ ਸੀਲ ਕਰ ਦਿੱਤੀ ਗਈ ਹੈ। ਠੱਗੀ ਦਾ ਸ਼ਿਕਾਰ ਹੋਏ ਕਿਸਾਨਾਂ ਵੱਲੋਂ ਸਰਕਾਰ ਨੂੰ ਮੰਗ ਕੀਤੀ ਗਈ ਹੈ ਕਿ ਇਸ ਕੰਪਨੀ ਦੇ ਨਾਮ ਤੇ ਜੋ ਜ਼ਮੀਨ ਹੈ ਉਸ ਨੂੰ ਵੇਚ ਕੇ ਸਾਡੇ ਪੈਸੇ ਵਾਪਸ ਕੀਤੇ ਜਾਣ। ਸਮਰਿੱਧੀ ਜੀਵਨ ਕੰਪਨੀ ਹੈ ਤੇ ਬਟਾਲੇ ਇਹਨਾਂ ਦਾ ਆਫਿਸ ਸੀਗਾ, ਜਿੱਥੇ ਇਹਨਾਂ ਨੇ 40 ਲੱਖ ਰੁਪਈਆ ਮੇਰੇ ਕੋਲ ਪੈਨਸ਼ਨ ਪਲਾਨ ਵਾਸਤੇ ਪੈਸੇ ਲਵਾਏ ਸੀਗੇ, ਜਿਹਦੇ ਵਿੱਚ ਇਹਨਾਂ ਨੇ 2 ਲੱਖ ਰੁਪਈਆ ਮੈਨੂੰ ਮਹੀਨੇ ਦਾ ਕਿਹਾ ਸੀ ਦਿਆਂਗੇ ਤੇ ਬਾਕੀ ਜਿਹੜੇ ਤੇਰਾ 40 ਲੱਖ ਰੁਪਈਆ ਵਾ ਇਹ 5.5 ਸਾਲ ਬਾਅਦ 40 ਲੱਖ ਦਾ 40 ਲੱਖ ਵਾਪਸ ਕਰਾਂਗੇ। ਜਿਹਦੇ ਵਿੱਚੋਂ ਇਹਨਾਂ ਨੇ ਮੈਨੂੰ ਅੱਜ ਤੱਕ ਕੋਈ ਪੈਸਾ ਨਹੀਂ ਵਾਪਸ ਕੀਤਾ। ਇਹਨਾਂ ਨੇ 2 ਲੱਖ ਜਿਹੜਾ ਮਹੀਨਾ ਦਾ ਦੇਣ ਲੱਗਾ ਸੀ ਉਹ ਇੱਕੋ ਵਾਰੀ ਇਹਨਾਂ ਨੇ ਦਿੱਤਾ ਸਾਨੂੰ। ਤੇ ਇਹ ਜਿਹੜੀ ਜ਼ਮੀਨ ਹੈ ਇਹਨਾਂ ਨੇ ਖਰੀਦੀ ਸੀ, ਸਾਨੂੰ ਇਹਨਾਂ ਨੇ ਇਹ ਗੱਲ ਕਹੀ ਵੀ ਇੱਥੇ ਤੁਹਾਡੇ ਲਾਗੇ ਆਪਾਂ ਲੈਂਡ ਖਰੀਦਿਆ 114 ਕਿੱਲੇ ਜ਼ਮੀਨ ਖਰੀਦੀ ਆ, ਉਹਦੇ ਵਿੱਚ ਤੁਸੀਂ ਹਿੱਸੇਦਾਰ ਹੋ ਗਏ, ਨਹੀਂ ਤੇ ਤੁਹਾਨੂੰ ਪਲਾਟ ਕੱਟ ਕੇ ਜਾਂ ਮਤਲਬ ਤੁਹਾਨੂੰ ਉਹਦੇ 5-5 6-6 ਕਿੱਲੇ ਜਾਂ 10-10 ਕਿੱਲੇ ਪੈਲੀ ਜਿੰਨੇ ਤੁਹਾਡੇ ਬਣਦੇ ਹੋਣਗੇ ਅਮਾਊਂਟ ਉਹਦੇ ਹਿਸਾਬ ਨਾਲ ਤੁਹਾਨੂੰ ਜ਼ਮੀਨ ਵਾਹੁਣ ਨੂੰ ਦਿੱਤੀ ਜਾਏਗੀ, ਤੁਹਾਡੀ ਜ਼ਮੀਨ ਤੁਹਾਡੇ ਨਾਂ ਕਰਾ ਦਿੱਤੀ ਜਾਏਗੀ। ਪਰ ਅਜੇ ਤੱਕ ਨਾ ਕੋਈ ਜ਼ਮੀਨ ਕਰਾਈ ਆ ਤੇ ਨਾ ਕੋਈ ਕੁਛ ਅਜੇ ਤੱਕ ਕੁਛ ਹੋਇਆ ਵਾ। ਇਹ ਕੰਪਨੀ ਆਉਂਦੀ ਰਫੂ ਚੱਕਰ ਹੋ ਗਈ ਆ, ਸਾਡਾ ਅਜੇ ਕੁਛ ਨਹੀਂ ਬਣਿਆ। ਆ ਤਾਲੇ ਇਹਨਾਂ ਨੇ ਇੱਥੇ ਇੱਕ ਲੋਕਲ ਬੰਦਾ ਵਾ ਜਿਹਨੇ ਰਜਨੀਸ਼ ਕਾਲਾ ਉਹਦਾ ਨਾਮ ਹੈ, ਬਾਊਪੁਰ ਪਿੰਡ ਦਾ ਰਹਿਣ ਵਾਲਾ, ਤੇ ਜਿਹਨੇ ਇੱਥੇ ਇਹ ਤਾਲਾ ਮਾਰ ਕੇ ਤੇ ਕੰਪਨੀ ਦੀ ਜਿਹੜੀ ਜਗ੍ਹਾ ਵਾ ਉਹਨੇ ਬਿਨਾਂ ਮਤਲਬ ਦੇ ਤੋਂ ਉਹਦਾ ਇੱਕ ਪੈਸਾ ਵੀ ਨਹੀਂ ਲੱਗਾ, ਉਹਨੇ ਇਦਾਂ ਹੀ ਜ਼ਬਤ ਕਰਕੇ ਬੈਠਾ ਹੋਇਆ। ਇੱਥੇ ਨੌਜਵਾਨਾਂ ਤੇ ਆਧਾਰਿਤ ਪੰਜਾਬੀ ਫਿਲਮ ਹੱਕ ਦਾ ਰਾਈਟ ਸਿਨੇਮਾ ਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ। 10 ਦਸੰਬਰ ਨੂੰ ਫਿਲਮ ਸਿਨੇਮਾ ਘਰਾਂ ਦਾ ਸ਼ਿੰਗਾਰ ਬਣੇਗੀ। ਇਹਨਾਂ ਗੱਲਾਂ ਦਾ ਪ੍ਰਗਟਾਵਾ ਅੱਜ ਫਿਲਮ ਦੇ ਨਿਰਦੇਸ਼ਕ ਬਲਵੀਰ ਅਟਵਾਲ ਨੇ ਕੀਤਾ। ਉਹ ਅੱਜ ਮੋਹਾਲੀ ਵਿੱਚ ਇੱਕ ਪ੍ਰੈਸ ਕਾਨਫਰੰਸ ਵਿੱਚ ਬੋਲ ਰਹੇ ਸਨ। ਉਹਨਾਂ ਕਿਹਾ ਕਿ ਨੌਜਵਾਨ ਵਰਗ ਸਮਾਜਿਕ ਬੁਰਾਈਆਂ ਨੂੰ ਖਤਮ ਕਰਨ ਲਈ ਆਪਣੀ ਪੂਰੀ ਭੂਮਿਕਾ ਨਿਭਾ ਰਹੇ ਹਨ ਤੇ ਅਮਨ ਰੰਧਾਵਾ ਇਸ ਫਿਲਮ ਵਿੱਚ ਮੁੱਖ ਕਿਰਦਾਰ ਵਿੱਚ ਨਜ਼ਰ ਆ ਰਹੇ ਹਨ। ਇਸ ਫਿਲਮ ਵਿੱਚ ਸ਼ਿਵਿੰਦਰ ਮਾਹਲ, ਦਿਲਜੀਤ ਕੌਰ, ਸ਼ਾਹਬਾਜ਼ ਖਾਨ ਤੋਂ ਇਲਾਵਾ ਯੁਗਰਾਜ ਸਿੰਘ ਅਹਿਮ ਕਿਰਦਾਰ ਵਿੱਚ ਨਜ਼ਰ ਆਉਣਗੇ। ਬਲਵੀਰ ਅਟਵਾਲ ਨੇ ਕਿਹਾ ਹੈ ਕਿ ਇਸ ਫਿਲਮ ਦੀ ਕਹਾਣੀ ਕੁਲਦੀਪ ਢਿੱਲੋਂ ਨੇ ਲਿਖੀ ਹੈ, ਜਦੋਂ ਕਿ ਇਸ ਵਿਚਲਾ ਸੰਗੀਤ ਗੁਰਮੀਤ ਸਿੰਘ, ਭਿੰਦਾ ਔਜਲਾ, ਬਿਲਜ਼ਨ ਸੰਧੂ ਅਤੇ ਨਾਜ਼ੀਰ ਖਾਨ ਨੇ ਦਿੱਤਾ ਹੈ ਤੇ ਪਿੱਠਵਰਤੀ ਗਾਇਕਾਂ ਵਿੱਚ ਮਾਸਟਰ ਸਲੀਮ, ਸ਼ਾਹਿਦ ਮਾਲੀਆ, ਕਲੇਰ ਕੰਠ, ਲੈਂਬਰ ਹੁਸੈਨਪੁਰੀ, ਸੋਨੂ ਕੱਕੜ, ਫਿਰੋਜ਼ ਖਾਨ ਤੇ ਸੁਖਦੀਪ ਗਰੇਵਾਲ ਸ਼ਾਮਿਲ ਹਨ। ਸਰ ਫਿਲਮ ਦੇ ਵਿੱਚ ਮੈਸੇਜ ਨੇ ਫੈਮਲੀਆਂ ਨੂੰ ਔਰ ਪਲੱਸ ਜਿਹੜੇ ਆਪਣੇ ਯੂਥ ਨੂੰ, ਕਿ ਯੂਥ ਜਦੋਂ ਇਕੱਠਾ ਹੋ ਜਾਂਦਾ ਸਰ
ਇੰਪੋਸੀਬਲ ਚੀਜ਼ ਨੂੰ ਪੋਸੀਬਲ ਕਰ ਦਿੰਦਾ ਜੀ। ਇਹਦੇ ਵਿੱਚ ਜਸਟਿਸ, ਜਿਹੜੀ ਲੜਕੀ ਨਾਲ ਟ੍ਰੈਜਡੀ ਹੁੰਦੀ ਆ, ਜਿਹੜੀ ਲੜਕੀ ਦੀ ਸਿਸਟਰ ਨਾਲ ਟ੍ਰੈਜਡੀ ਹੁੰਦੀ ਆ, ਤੇ ਉਹ ਆਪਣਾ ਜਸਟਿਸ ਲੈਣ ਵਾਸਤੇ ਹੱਕ ਦਾ ਰਾਈਟ ਅਸੀਂ ਪਿਕਚਰ ਨੂੰ ਅਸੀਂ ਕੰਟੀਨਿਊ ਕੀਤਾ ਔਰ ਕੰਪਲੀਟ ਕੀਤਾ। ਸਰ ਮੈਂ ਕਾਫੀ ਪਾਰਟ ਦੇ ਵਿੱਚ ਪਿਕਚਰ ਦਾ ਸ਼ੈਡਿਊਲ ਕੀਤੇ ਨੇ ਔਰ ਬਿਫੋਰ ਕੋਵਿਡ ਮੈਂ ਕੰਪਲੀਟ ਕੀਤੀ ਸੀ, ਰਿਲੀਜ਼ ਲਈ ਰੈਡੀ ਸੀ, ਬਟ ਕੋਵਿਡ ਦੇ ਰੀਜ਼ਨ ਕਰਕੇ ਅਸੀਂ ਥੋੜਾ ਲੇਟ ਆ। ਦੋਸਤੋ, ਇਹ ਸਨ ਅੱਜ ਦੀਆਂ ਖਾਸ ਖਬਰਾਂ। ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਓ ਇਜਾਜ਼ਤ। ਰੱਬ ਰਾਖਾ।